ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਠੀਕਰ ਭੋਰ ਦਲੀਸ ਸਿਰ ਪ੍ਰਭ ਪੁਰ ਕਿਉ ਪਿਆਨ। ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨਹੂ ਆਨ। ਠੀਕਰ ਭੋਰ ਦਲੀਸ ਸਿਰ ਪ੍ਰਭ ਪੁਰ ਕਿਉ ਪਿਆਨ। ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ। ਹੈ ਸਭ ਜਗ ਭਇਓ ਜੈ 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 ਸੁਰਲੋਕ। ਹੈ ਸਭ ਜਗ ਭਇਓ ਜੈ 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 ਸੁਰਲੋਕ। ਜੋ ਤੋ ਪ੍ਰੇਮ ਖਿਲਣ ਕਾ ਚਾਓ ਸਿਰ ਧਰ ਤਲੀ ਗਲੀ ਮੁਰਿਆਓ। ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ। ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨਾ। ਕਹੋ ਨਾਨਕ ਭਜ ਹਰਮਨਾ ਜਿਹ ਬਿਦ ਜਲ ਕੋ ਮੀਨ। ਕਹੋ ਨਾਨਕ ਭਜ ਹਰਮਨਾ ਜੈਸੇ ਜਲ ਕੋ ਮੀਨ। ਜਿਹ ਬਿਦ ਜਲ ਕੋ ਮੀਨ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸਭਾਏਮਾਨ। ਹਾਜ਼ਰ ਨਾਜ਼ਰ ਗੁਰ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੀ ਮੁਬਾਰਕ ਹਜ਼ੂਰੀ ਸੁੰਦਰ ਬਾਗ ਅੰਦਰ ਸਜ ਬੈਠੀ। ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਵੱਡੇ ਭਾਗਾਂ ਵਾਲੇ ਹਾਂ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੇ ਪਾਵਨ ਪਵਿੱਤਰ ਹਜ਼ੂਰੀ ਦਰਬਾਰ ਅੰਦਰ ਸਜ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਪ੍ਰਤੀ ਸਾਂਝ ਪਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਆਓ ਮੰਤਰਿਤ ਬਿਰਤੀਆਂ ਇਕਾਗਰ ਕਰਦੇ ਹੋਏ ਸਭ ਤੋਂ ਪਹਿਲੇ ਗੁਰੂ ਮਹਾਰਾਜ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਕਰਨਾ ਕਰੀਏ ਜੀ। ਕੋਈ ਵੀ ਰਸਨਾ ਬਾਝੀ ਨਾ ਰਹੇ। ਆਓ ਸਭ ਮਿਲ ਕੇ ਇੱਕੋ ਵਾਰ ਕਹਿਣ ਤੇ ਕਰ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਨਾਮ ਬਾਣੀ ਕੇ ਬੋਹਿਤ ਅਲਤ ਪਲਤ ਕੇ ਰੱਖਿਆ ਕਰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਆਪਾਂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸ਼ਲੋਕ ਪੜ੍ਹਦੇ ਹਾਂ। ਉਹਨਾਂ ਦੀ ਗੁਰਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤੱਕ ਗੁਰੂ ਨਿਸਤਾਰੇ। ਗੁਰੂ ਸਾਹਿਬ ਜੀ ਦੀ ਬਾਣੀ ਰਾਗਾਂ ਦੇ ਵਿੱਚ ਵੀ ਸ਼ਾਮਲ ਹੈ ਔਰ ਅਖੀਰ ਤੇ 57 ਸ਼ਲੋਕ ਜੋ ਦਰਜ ਕੀਤੇ ਹਨ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ। ਕਹੋ ਨਾਨਕ ਭਜ ਹਰਮਨਾ जैसे जल
ਕੋਮੀਨ ਭਾਵ ਜਿਹ ਬਿਦ ਜਲ ਕੋਮੀਨ, ਜਿਸ ਵਿਧੀ ਦੇ ਨਾਲ ਮੀਨ ਮਾਂ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ, ਤੂੰ ਜਿਵੇਂ ਪਰਮਾਤਮਾ ਨੂੰ ਪਿਆਰ ਕਰਨਾ ਕਰ। ਕਹੋ ਨਾਨਕ ਭਜ ਹਰਿ ਮਨਾ ਜਿਹ ਬਿਦ ਜਲ ਕੋਮੀਨ। ਜਿਸ ਤਰੀਕੇ ਦੇ ਨਾਲ ਗੁਰਬਾਣੀ ਦੇ ਵਿੱਚ ਸਮਝਾਇਆ ਗਿਆ ਹੈ, ਅੱਜ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਜੋ ਸ਼ਹੀਦੀ ਪੁਰਬ ਹੈ 8 ਦਸੰਬਰ ਦਾ, ਭਾਵ ਉਸ ਦੇ ਸੰਬੰਧ ਵਿੱਚ ਗੁਰੂ ਜੀ ਦੇ ਜੀਵਨ 'ਤੇ ਵਿਚਾਰ ਕਰਨ ਦਾ ਯਤਨ ਕਰਦੇ ਹਾਂ। ਆਓ ਗੁਰੂ ਮਹਾਰਾਜ ਜੀ ਨੂੰ ਕਿੱਥੋਂ ਸ਼ਹੀਦੀ ਦਾ ਜਾਮ ਪੀਣ ਦਾ ਇਹ ਸਮਾਂ ਬਣਿਆ। ਗੁਰੂ ਸਾਹਿਬ ਜੀ ਦਾ ਦਰਬਾਰ ਅਨੰਦਪੁਰ ਸਾਹਿਬ ਦੇ ਵਿੱਚ ਲੱਗਾ ਹੋਇਆ ਹੈ, ਤੋ ਉਸ ਸਮੇਂ ਦਰਬਾਰ ਦੇ ਵਿੱਚ ਕੁਝ ਕਸ਼ਮੀਰ ਦੇ ਵਿਦਵਾਨ ਲੋਕ, ਪੰਡਤ ਲੋਕ ਆਣ ਕੇ ਗੁਰੂ ਸਾਹਿਬ ਜੀ ਦੇ ਸਨਮੁਖ ਹੋਏ। ਗੁਰੂ ਸਾਹਿਬ ਜੀ ਦੇ ਨਾਲ ਵਿਚਾਰ ਕੀਤੀ ਕਿ ਜੋ ਔਰੰਗਜ਼ੇਬ ਇਸ ਧਰਮ ਨੂੰ ਮਿਟਾਉਣ ਦਾ ਜਿਸ ਨੇ ਫੈਸਲਾ ਕੀਤਾ ਹੈ, ਤੇ ਸਾਨੂੰ ਪਤਾ ਲੱਗਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਤੋਂ ਕੋਈ ਖਾਲੀ ਮੁੜ ਕੇ ਨਹੀਂ ਜਾਂਦਾ। ਸੋ ਇਹਨਾਂ ਨੇ ਵਿਚਾਰ ਬਣਾਈ ਕਿ ਚਲੋ ਆਪਾਂ ਗੁਰੂ ਨਾਨਕ ਦੇ ਘਰ ਦੇ ਵਿੱਚ ਜਾ ਕਰਕੇ ਉਹਨਾਂ ਦੇ ਉੱਥੋਂ ਦੇ ਸਮੇਂ ਦੇ ਗੁਰੂ ਸਾਹਿਬਾਨਾਂ ਜੀ ਦਾ ਓਟ ਆਸਰਾ ਲਈਏ, ਕਿਉਂਕਿ ਗੁਰੂ ਨਾਨਕ ਦਾ ਘਰ ਹੀ ਇਹੋ ਜਿਹਾ ਘਰ ਹੈ ਜਿੱਥੋਂ ਹਰ ਸਮੇਂ ਓਟ ਆਸਰਾ ਮਿਲਦਾ ਹੈ। ਨਿਮਾਣਿਆਂ ਨੂੰ ਮਾਣ, ਨਿਤਾਣਿਆਂ ਨੂੰ ਤਾਣ, ਨਿਉਟਿਆਂ ਦੇ ਓਟ, ਨਿਆਸਰਿਆਂ ਦੇ ਆਸਰੇ। ਜਿਹਨੂੰ ਕੋਈ ਆਸਰਾ ਨਹੀਂ ਉਹ ਗੁਰੂ ਨਾਨਕ ਦੇ ਘਰ ਦਾ ਆਸਰਾ ਲੈਂਦਾ ਹੈ। ਜਿਹਦੀ ਕੋਈ ਓਟ ਨਹੀਂ ਉਹ ਗੁਰੂ ਨਾਨਕ ਦੇ ਘਰ ਦੀ ਓਟ ਲੈਂਦਾ ਹੈ। ਜਿਹਨੂੰ ਕਿਤੋਂ ਮਾਣ ਨਹੀਂ ਮਿਲਦਾ, ਸਾਧ ਸੰਗਤ ਜੀ ਉਹ ਨਿਮਾਣਿਆਂ ਨੂੰ ਮਾਣ, ਨ ਚੀਜ਼ਾਂ ਚੀਜ਼ ਕਰੇ ਮੇਰਾ ਗੋਬਿੰਦ। ਉੱਥੋਂ ਜਿੱਥੋਂ ਕਿਸੇ ਨੂੰ ਦੁਨੀਆ ਤੋਂ ਮਾਣ ਨਹੀਂ ਮਿਲਦਾ, ਇੱਥੋਂ ਨਿਮਾਣਿਆਂ ਨੂੰ ਮਾਣ, ਨਿਤਾਣਿਆਂ ਨੂੰ ਤਾਣ, ਅਤੇ ਨਿਉਟਿਆਂ ਨੂੰ ਓਟ, ਤੇ ਨਿਆਸਰਿਆਂ ਨੂੰ ਆਸਰੇ ਮਿਲਦੇ ਹਨ। ਸੋ ਇਸ ਗੱਲ ਨੂੰ ਸਮਝ ਕੇ ਇਹ ਪੰਡਤ ਲੋਕ ਕਿਰਪਾ ਰਾਮ ਪੰਡਤ ਦੀ ਅਗਵਾਈ ਦੇ ਵਿੱਚ ਕਸ਼ਮੀਰ ਤੋਂ ਚਾਲੇ ਪਾ ਕਰਕੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚਦੇ ਹਨ। ਸਤਿਗੁਰੂ ਜੀ ਦਰਬਾਰ ਵਿੱਚ ਸੰਗਤਾਂ ਨਾਲ ਵਿਚਾਰ ਕਰ ਰਹੇ ਹਨ। ਇਹਨਾਂ ਨੇ ਆਣ ਕੇ ਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ ਕਿ ਬੇਨਤੀ ਪਾਈ ਗਰੀਬ ਨਵਾਜ, ਸਾਡਾ ਧਰਮ ਖਤਰੇ ਵਿੱਚ ਹੈ। ਸਾਡੇ ਧਰਮ ਨੂੰ ਜ਼ਬਰਦਸਤੀ ਮੁਸਲਮਾਨੀ ਧਰਮ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਸੋ ਆਪ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰ ਕੋਈ। ਹਉ ਆਇਆ ਦੂਰ ਚੱਲ ਕੇ ਮੈਂ ਤੱਕੀ ਤਉ ਸਰਣਾਏ ਜੀਓ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਅਸੀਂ ਬੜਾ ਆਸਰਾ ਲੈ ਕੇ ਆਏ ਹਾਂ, ਅਸੀਂ ਬੜਾ ਭਰੋਸਾ ਲੈ ਕੇ ਆਏ ਹਾਂ ਕਿ ਇਸ ਘਰ ਤੋਂ ਕਦੀ ਕੋਈ ਖਾਲੀ ਨਹੀਂ ਮੁੜ ਕੇ ਗਿਆ। ਇੱਥੋਂ ਧਨ ਮੰਗਣ ਵਾਲਿਆਂ ਨੂੰ ਧਨ ਮਿਲਦਾ ਹੈ, ਇੱਥੋਂ ਪੁੱਤਰ ਮੰਗਣ ਵਾਲਿਆਂ ਨੂੰ ਪੁੱਤਰ ਮਿਲਦੇ ਹਨ, ਇੱਥੋਂ ਦਾਤਾ ਮੰਗਣ ਵਾਲਿਆਂ ਨੂੰ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ, ਇੱਥੋਂ ਦਾਤਾਂ ਵੀ ਮਿਲਦੀਆਂ ਹਨ। ਅਤੇ ਅੱਜ ਸਾਡੇ ਮਨ ਦੀ ਇੱਕ ਸ਼ਰਧਾ ਹੈ ਕਿ ਸਾਡਾ ਧਰਮ ਦਾ ਬੇੜਾ ਡੁੱਬਦਾ ਨਜ਼ਰ ਆ ਰਿਹਾ ਹੈ। ਕਦੇ ਮੱਖਣ ਸ਼ਾਹ ਲਵਾਣੇ ਦਾ ਬੇੜਾ ਤੁਸੀਂ ਤਾਰਿਆ ਸੀ, ਅੱਜ ਸਾਡੇ ਡੁੱਬਦੇ ਹੋਏ ਧਰਮ ਦੇ ਬੇੜੇ ਨੂੰ ਵੀ ਤੁਸੀਂ ਤਾਰ ਸਕਦੇ ਹੋ। ਅੱਜ ਸਾਡਾ ਧਰਮ ਖਤਰੇ ਵਿੱਚ ਹੈ, ਅੱਜ ਸਾਡਾ ਤਿਲਕ ਤੇ ਜੰਝੂ ਖਤਰੇ ਵਿੱਚ ਹੈ, ਕਿਉਂਕਿ ਔਰੰਗਜ਼ੇਬ ਤਿਲਕ ਦੇ ਜੰਝੂ ਉਤਾਰ ਕੇ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਇਸ ਦੁਨੀਆ 'ਤੇ ਧਰਮ ਰਵੇ ਤਾਂ ਕੇਵਲ ਇਸਲਾਮ ਧਰਮ ਹੀ ਹੋਵੇ। ਦੂਸਰੇ ਧਰਮਾਂ ਨੂੰ ਉਹ ਆਪਣੇ ਵਿੱਚ ਮਿਲਾ ਕਰਕੇ ਇੱਕ ਰਾਜ ਕਾਇਮ ਕਰਨਾ ਚਾਹੁੰਦਾ ਸੀ। ਸੋ ਪਰਮਾਤਮਾ ਦੀ ਸੱਚੇ ਪਾਤਸ਼ਾਹ ਜੀ ਦੀ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਧਰਮ ਕੋਈ ਮਾੜਾ ਨਹੀਂ, ਸਾਰੇ ਧਰਮ ਪਰਮਾਤਮਾ ਦੇ ਨਾਲ ਜੋੜਦੇ ਹਨ। ਪਰ ਇਸ ਦੇ ਮਨ ਵਿੱਚ ਇਹ ਗੱਲ ਘਰ ਕਰ ਗਈ ਕਿ ਦੁਨੀਆ 'ਤੇ ਧਰਮ ਇੱਕ ਹੋਣਾ ਚਾਹੀਦਾ ਹੈ। ਇਸ ਕਰਕੇ ਇਸ ਨੇ ਸਮੇਂ ਦੇ ਵਿਦਵਾਨਾਂ ਨੂੰ, ਸਮੇਂ ਦੇ ਉੱਚ ਕੋਟੀ ਦੇ ਪੰਡਤ ਲੋਕਾਂ ਨੂੰ ਆਪਣੇ ਧਰਮ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ। ਜੇ ਤਾਂ ਕੋਈ ਪ੍ਰੇਮ ਨਾਲ ਮੰਨ ਜਾਵੇ ਤੇ ਵੱਖਰੀ ਗੱਲ ਹੈ, ਨਹੀਂ ਤਾਂ ਜ਼ਬਰਦਸਤੀ ਉਹਨਾਂ ਦਾ ਤਿਲਕ ਤੇ ਜੰਝੂ ਉਤਾਰ ਕਰਕੇ ਉਹਨਾਂ ਨੂੰ
ਜ਼ਬਰਦਸਤੀ ਧਰਮ ਵਿੱਚ ਇਸਲਾਮ ਵਿੱਚ ਸ਼ਾਮਲ ਕਰੋ। ਇਹ ਮਨੋਰਥ ਲੈ ਕਰਕੇ ਔਰੰਗਜ਼ੇਬ ਤੁਰ ਪਿਆ। ਸੋ ਇਧਰਲੇ ਪਾਸੇ ਇਹਨਾਂ ਨੇ ਵਿਚਾਰ ਕਰਕੇ ਸਤਿਗੁਰੂ ਜੀ ਨੂੰ ਆਣ ਕੇ ਸਾਰੀ ਬੇਨਤੀ ਸਾਰੀ ਵਾਰਤਾਲਾਪ ਸਮਝਾਈ ਕਿ ਸਾਡਾ ਧਰਮ ਖਤਰੇ ਵਿੱਚ ਹੈ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਆ ਕਲੂ ਮੈਂ ਬੜ ਸਾਕਾ। ਵੱਡਾ ਸਾਕਾ ਕਲਯੁਗ ਦੇ ਵਿੱਚ ਕਰਕੇ ਵਿਖਾਇਆ। ਤੋ ਇਸ ਤਰ੍ਹਾਂ ਇਹਨਾਂ ਦੀ ਬੇਨਤੀ ਮੰਨ ਕੇ ਸਤਿਗੁਰੂ ਜੀ ਕਹਿਣ ਲੱਗੇ ਬੜਾ ਗੰਭੀਰ ਮਸਲਾ ਹੈ, ਬੜਾ ਹੀ ਗੰਭੀਰ ਮਸਲਾ ਹੈ। ਹੁਣ ਕਿਵੇਂ ਤੁਹਾਡੇ ਧਰਮ ਦੀ ਰੱਖਿਆ ਕੀਤੀ ਜਾਵੇ, ਕਿਹੜਾ ਤਰੀਕਾ ਅਪਣਾਇਆ ਜਾਵੇ ਜਿਹੜਾ ਔਰੰਗਜ਼ੇਬ ਦੇ ਨਾਲ ਗੱਲਬਾਤ ਕਰਕੇ ਜਾਂ ਕਿਸੇ ਤਰੀਕੇ ਇਸ ਮਸਲੇ ਨੂੰ ਨਜਿੱਠਿਆ ਜਾਵੇ। ਬੜਾ ਗੰਭੀਰ ਮਸਲਾ ਹੈ, ਧਰਮ ਦੀ ਗੱਲ ਹੈ। ਧਰਮ ਦੇ ਨਾਲ ਨਾ ਇਨਸਾਫੀ ਕਰਨ ਵਾਲੇ ਦਾ ਸਾਹਮਣਾ, ਉਹਦੇ ਨਾਲ ਗੱਲਬਾਤ ਕਰਨ ਦਾ ਸਮਾਂ ਵੀ ਚਾਹੀਦਾ ਹੈ। ਬੜੀ ਡੂੰਘੀ ਵਿਚਾਰ ਹੈ, ਉਹਦੇ ਲਈ ਕੁਰਬਾਨੀ ਵੀ ਤੇ ਹੋ ਸਕਦੀ ਹੈ। ਸੋ ਇੰਨੇ ਚਿਰ ਨੂੰ ਇਹ ਵਿਚਾਰਾਂ ਚੱਲ ਰਹੀਆਂ ਸਨ ਕਿ ਬਾਲ ਗੋਬਿੰਦ ਰਾਏ ਜੀ ਇਤਿਹਾਸ ਦੱਸਦਾ ਹੈ ਕਿ ਜਦੋਂ ਆਣ ਕੇ ਇਹਨਾਂ ਦੇ ਚਿਹਰੇ ਵੇਖੇ ਤੇ ਉਹਨਾਂ ਨੇ ਗੁਰੂ ਪਿਤਾ ਜੀ ਨੂੰ ਪੁੱਛਿਆ, ਆਪਣੇ ਗੁਰੂ ਪਿਤਾ ਜੀ ਨੂੰ ਪੁੱਛਿਆ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੂੰ ਕਿ ਪਿਤਾ ਜੀ ਇਹ ਜਿਹੜੇ ਲੋਕ ਹਨ ਇਹਨਾਂ ਦੇ ਚਿਹਰੇ ਉਤਰੇ ਹੋਏ ਹਨ, ਇਹਨਾਂ ਦੇ ਚਿਹਰਿਆਂ 'ਤੇ ਮਜੂਸੀ ਹੈ, ਇਹਨਾਂ ਦੇ ਚਿਹਰਿਆਂ ਦੇ ਉੱਤੇ ਉਹ ਜਿਹੜੀ ਲੰਮੀ ਉਦਾਸੀ ਜਿਹੜੀ ਇਹ ਕਿਉਂ ਹੈ, ਇਹਦਾ ਕਾਰਨ ਕੀ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ ਬਾਲਕ ਗੋਬਿੰਦ ਰਾਏ ਨੂੰ ਕਿ ਲਾਲ ਜੀ ਇਹਨਾਂ ਦੇ ਜੋ ਧਰਮ ਹੈ ਉਸ ਨੂੰ ਖਤਰਾ ਹੈ। ਸੋ ਧਰਮ ਨੂੰ ਬਚਾਉਣ ਵਾਸਤੇ ਬਹੁਤ ਵੱਡੀ ਕੁਰਬਾਨੀ ਦੀ ਲੋੜ ਹੈ। ਇੱਥੇ ਵਿਚਾਰਨਯੋਗ ਇੱਕ ਆਪਾਂ ਗੱਲ ਕਿ ਜਦੋਂ ਸਤਿਗੁਰੂ ਜੀ ਨੂੰ ਪ੍ਰਗਟ ਕੀਤਾ ਗਿਆ ਨਾ ਬਾਬੇ ਬਕਾਲੇ ਦੀ ਧਰਤੀ ਤੇ ਉਸ ਸਮੇਂ ਸਤਿਗੁਰੂ ਜੀ 27 ਸਾਲ ਜੋ ਭੋਰੇ ਵਿੱਚ ਤਪ ਕੀਤਾ ਸੀ, ਉਹਦੇ ਵਿੱਚ ਵੀ ਵੱਡੀ ਤਿਆਰੀ ਹੋ ਰਹੀ ਸੀ ਕਿ ਆਉਣ ਵਾਲੇ ਸਮੇਂ ਨਾਲ ਨਜਿੱਠਣ ਵਾਸਤੇ ਤਪ ਬੜਾ ਜ਼ਰੂਰੀ ਹੈ। ਜਪ ਤਪ ਸੰਜਮ ਧੈਰਤਾ ਔਰ ਸਤਿਗੁਰੂ ਜੀ ਨੇ ਇਹ ਜਪ ਤਪ 27 ਸਾਲ ਆਪਣੇ ਆਪ ਨੂੰ ਪੂਰੀ ਤਰ੍ਹਾਂ ਗੁਰੂ ਅਕਾਲ ਪੁਰਖ ਨੂੰ ਸਮਰਪਿਤ ਕਰਕੇ ਇਸ ਆਉਣ ਵਾਲੇ ਸਮੇਂ ਨਾਲ ਨਜਿੱਠਣ ਵਾਸਤੇ ਜੋ ਤਿਆਰੀ ਕੀਤੀ ਸੀ ਉਹਦਾ ਅੱਜ ਸਮਾਂ ਬਣਦਾ ਨਜ਼ਰ ਆ ਰਿਹਾ ਹੈ। ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਰਮਾਇਆ, ਕਹਿਣ ਲੱਗੇ ਲਾਲ ਜੀ ਇਹਨਾਂ ਦਾ ਧਰਮ ਖਤਰੇ ਵਿੱਚ ਹੈ। ਇਹਨਾਂ ਦੇ ਧਰਮ ਦੇ ਵਾਸਤੇ ਕੋਈ ਇਹੋ ਜਿਹਾ ਸੂਰਮਾ, ਇਹੋ ਜਿਹਾ ਕੋਈ ਮਹਾਬਲੀ ਸੂਰਮਾ ਹੋਵੇ ਜਿਹੜਾ ਇਹਨਾਂ ਦੇ ਧਰਮ ਨੂੰ ਬਚਾ ਲਵੇ, ਜਿਹੜਾ ਇਹਨਾਂ ਦੇ ਧਰਮ ਦੇ ਲਈ ਖਤਰਾ ਜੋ ਪੈਦਾ ਹੋਇਆ ਹੈ ਉਸ ਦੇ ਨਾਲ ਨਜਿੱਠਣ ਵਾਸਤੇ ਕੋਈ ਰੱਬੀ ਰੂਹ, ਆਤਮਿਕ ਤਾਕਤ ਜੋ ਬੰਦਗੀ ਵਾਲੀ ਕੋਈ ਰੂਹ ਹੈ ਉਹ ਇਹਨਾਂ ਦੇ ਧਰਮ ਨੂੰ ਬਚਾਉਣ ਵਾਸਤੇ ਜੇ ਖਲੋ ਜਾਵੇ ਤੇ ਇਹਨਾਂ ਦਾ ਧਰਮ ਬਚ ਸਕਦਾ ਹੈ। ਜੇ ਕੋਈ ਰੱਬੀ ਰੂਹ, ਕੋਈ ਮਹਾਨ ਆਤਮਾ ਇਹਨਾਂ ਦੇ ਧਰਮ ਨੂੰ ਬਚਾਉਣ ਵਾਸਤੇ ਆਪਾ ਵੀ ਭੇਟ ਕਰ ਦੇਵੇ ਤਾਂ ਵੀ ਇਹਨਾਂ ਦਾ ਧਰਮ ਬਚ ਸਕਦਾ ਹੈ। ਤੇ ਬਾਲ ਗੋਬਿੰਦ ਰਾਏ ਜੀ ਨੇ ਸੁਭਾਵਿਕ ਹੀ ਕਹਿ ਦਿੱਤਾ, ਗੁਰੂ ਪਿਤਾ ਜੀ ਮੈਨੂੰ ਇਸ ਦੁਨੀਆ ਦੇ ਵਿੱਚ ਤੁਹਾਡੇ ਤੋਂ ਵੱਡਾ ਰਹਿਬਰ, ਤੁਹਾਡੇ ਤੋਂ ਵੱਡਾ ਕੋਈ ਪੈਗੰਬਰ ਨਜ਼ਰ ਨਹੀਂ ਆਉਂਦਾ। ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀ 9ਵੀਂ ਜੋਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਔਰ ਇਹ ਬਾਲ ਗੋਬਿੰਦ ਰਾਏ ਜੀ ਉਹਨਾਂ ਨੂੰ ਇਹ ਬਚਨ ਕਹਿ ਰਹੇ ਹਨ ਕਿ ਤੁਹਾਡੇ ਤੋਂ ਵੱਡਾ ਕੋਈ ਮਹਾਂਪੁਰਖ, ਤੁਹਾਡੇ ਤੋਂ ਵੱਡੀ ਕੋਈ ਤਾਕਤ ਇਸ ਦੁਨੀਆ ਦੇ ਵਿੱਚ ਨਹੀਂ ਹੈ। ਕਿਉਂ ਨਾ ਇਹ ਕਾਰਜ ਤੁਸੀਂ ਹੀ ਕਰਕੇ ਦਿਖਾਓ, ਕਿਉਂ ਨਾ ਇਹ ਕੁਰਬਾਨੀ ਇਸ ਧਰਮ ਨੂੰ ਬਚਾਉਣ ਦਾ ਬੀੜਾ ਤੁਸੀਂ ਚੁੱਕੋ, ਭਾਵ ਤੁਸੀਂ ਇਹ ਕਾਰਜ ਆਪਣੇ ਹੱਥ ਵਿੱਚ ਲਵੋ। ਇਹ ਜਿਹੜਾ ਮਿਸ਼ਨ ਹੈ, ਇਹ ਜਿਹੜਾ ਔਖਾ ਸਮਾਂ ਹੈ, ਇਸ ਦੇ ਤੁਸੀਂ ਬਾਨੀ ਬਣੋ। ਇਸ ਕਰਕੇ ਇਹਨਾਂ ਦੇ ਤਿਲਕ ਜੰਜੂ ਦਾ ਰਾਖਾ ਗੁਰੂ ਤੇਗ ਬਹਾਦਰ ਬਣੇ। ਇਸ ਤੋਂ ਵੱਡੀ ਇਹਨਾਂ ਦੀ ਵੱਡੀ ਖੁਸ਼ਕਿਸਮਤੀ ਕੀ ਹੈ। ਧਰਮ ਹੇਤ ਸਾਕਾ ਜਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਤੇ ਸਤਿਗੁਰੂ ਜੀ ਕਹਿਣ ਲੱਗੇ ਠੀਕ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਇਹਨਾਂ ਦੇ ਧਰਮ ਨੂੰ ਖਤਰਾ ਹੈ ਤੇ ਮੈਂ ਬਚਾਵਾਂ, ਜੇ ਇਹਨਾਂ ਦੇ ਧਰਮ ਲਈ ਮੈਂ ਕੁਰਬਾਨ ਹੋ ਗਿਆ ਤੇ ਤੂੰ ਲਾਲ ਜੀ ਅਨਾਥ ਹੋ ਜਾਏਗਾ, ਤੇਰੇ ਸਿਰ ਤੋਂ ਪਿਓ ਦਾ ਸਾਇਆ ਉੱਠ ਜਾਏਗਾ ਤੇ
बाल गोबिंद राय जी कहने लगे, गुरु पिता जी, जे मेरे एक यतीम होने दे नाल हिंदुस्तान के करोड़ों बच्चे, लखां बच्चे यतीम होने तो बच सकते हैं, तो मैं कला ही यतीम होने को तैयार हाँ। मैं कला यतीम हो जावा, बाकियां दे घर बच जाण, मेरे घर दे विच तुसी ना होवोगे, तुहाडी याद, तुहाडा प्रेम साडे नाल होवेगा, तुसी अपना घर, अपना धर्म ते चला ही रहे हो। सिख धर्म दे विच तुसी निपुण हो, तुसी गुरु उपाधि ते हो, तुसी ऐसी कृपा करो, इन्हां दे धर्म नूं तुसी बचा सकदे हो। सारी वार्तालाप तो बाद सतगुरु जी ने फैसला किया, ठीक है फिर लाल जी, जिवें तुहाडी राय है, जिवें इन्हां दी राय है, जिवें समय की मंग है, उस दे मुताबक हुण ते सीस देना पेगा, हुण ते कुर्बानी देनी पै सकती है। गलबात नाल जे कोई मसला हल हुंदा है तो ठीक है, नहीं तो भाई कुर्बानी देनी पेगी, क्योंकि धर्म नूं बचाउण वास्ते, कौम नूं बचाउण वास्ते हमेशा ही पैगंबरां ने, पीर वली औलिया ने कुर्बानियां दित्तियां हन। भाव जदों गुरु अर्जन देव जी महाराज जी की शहीदी हुई, उदों भी धर्म के उत्ते संकट सी, उदों भी किते समा इहो जिहा बन गया जो किसी अमीर खुसरो नूं बचाउण वास्ते गुरु जी ने उसनूं शरण दित्ती, ते दूसरे जिहड़े उहदे दुश्मन सन वो गुरु साहिब जी दे भी दुश्मन बन गए। उदों जदों एक मुसलमान दे मुसलमान दुश्मन हन, ते गुरु साहिब जी ने ये नहीं कहा कि साडा ते सिख धर्म है, सानू की लोड़ है दूसरे के कारजां दे विच अपने आप नूं पाउण दी, पर नहीं, जिथे धर्म की गल है, जिथे सच नूं खतरा होवे, जिथे किसी धर्म की बेदबी होवे, उत्थे सिख पंथ हमेशा ही तत्पर रहता है। चाहे गुरु साहिबान सन, चाहे गुरु के सिख हैं, चाहे गुरु का खालसा होया है, वो भी इन्हां जुल्मां दे अगे डट के खलो गया है। सो इस तरह इस जुल्म की हनेरी नूं ठल पाउण वास्ते श्री गुरु तेग बहादुर साहिब जी महाराज जी ने फैसला किया, कहने लगे, जाओ कश्मीर के विद्वान पंडित लोग, जाओ तुसी तेग बहादुर साहिब जी ने जदों ये हुक्म जारी कर दिता, जदों पंडितां नूं विश्वास दिवाया विद्वानां नूं, ते कहने लगे, जाओ औरंगजेब नूं जाके कह दिओ कि जो आनंदपुर की धरती ते गुरु नानक साहिब जी की 9वीं जोत है, साडे भी कुर्बान होण नूं तैयार है। साडे धर्म नूं बचाउण वास्ते तुहाडे सामने खड़ जाणगे, डट जाणगे। तुसीं उन्हां दा धर्म जे बदलवा दिता ते असीं खुशी खुशी धर्म बदल लांगे। जे तुसीं उन्हां दा धर्म ना बदलवा सके, उन्हां नूं अपने नाल ना जोड़ सके, फिर सानूं जबरदस्ती धर्म परिवर्तन करने वास्ते तुसीं कदे नहीं कहना। औरंगजेब ने सोचिया, जदों इन्हां ने जाके उस दे सामने ये पेशकश रखी, ये मता रखिया कि तू आनंदपुर साहिब बैठा गुरु नानक देव जी की 9वीं जोत का वारस श्री गुरु तेग बहादुर साहिब जी, जे उसनूं तुसीं अपने धर्म में शामिल कर लवो ना, तो असीं अपने आप ही शामिल हो जावांगे, क्योंकि विश्वास हो गया। जिसनूं विश्वास है गुरु दे उत्ते, उहदा बेड़ा कदे नहीं डुबदा, चाहे धर्म का बेड़ा होवे, चाहे किसी मक्खण छा लवावे व्यापारी का बेड़ा होवे। जिन्होंने भरोसा हो गया, असी भी भरोसे नाल ही अपना बेड़ा पार कराउणा है। सानू गुरु ते भरोसा होवे, जिवें मक्खण शाह नूं भरोसा बनया, जिवें इन्हां विद्वान लोकां नूं भरोसा गुरु ते हो गया कि गुरु ने हामी भर दित्ती है, गुरु ने विश्वास दिवाया है। इन्हां ने जाके औरंगजेब नूं सारी वार्ता दस दित्ती। की होया? औरंगजेब बड़ा खुश होया, कहण लगा, लै एक बंदे नूं, एक सधारण महापुरुष नूं अपने धर्म में शामिल करना किड्डी को औखी गल है। आपां एक नूं शामिल कर लैंदे हां ते बाकी अपने आप ही शामिल हो जाणगे। इसने फिर गुरु साहिब जी नूं सद भेजिया कि तुसीं आप दिल्ली विच मेरे नाल मिलाप करो, मेरे कोल आओ, आपां बह के विचार करते हाँ। तो सतगुरु जी ने आप आनंदपुर साहिब तो चाले पाने शुरू किए, आप जा करके अपनी गिरफ्तारी दी, आप अपने आप को उस
सरकार के हवाले किया जो जुल्म की सरकार बनी हुई थी, जो समय की मुगलिया सल्तनत की हुकूमत के सामने उस जुल्म की हनेरी के सामने गुरु नानक साहब जी की अगमी जोत 9वें पातशाह जी जाके खलो गए। कह लगे औरंगजेब असी आ रहे हैं तेरे कोल, ये साडी पत्रिका जो चिट्ठी दे करके भेजिया कि असी आ रहे हैं तेरे कोल, तू जो साडे नाल करना चाहता है कर सकता है, तू साडे नाल मशवरा कर सकता है, साडियां दलीलां दे नाल जे तेरी हाँ होवे जां सानू कुर्बान करना होवे धर्म तो असी दोने रस्तियां ते तेरे नाल खड़े हैं, कुर्बानी दे हक विच भी ते जे तू तरस करके प्रेम करके चाहता है जिन प्रेम कियो तिन ही प्रभ पायो, जे प्रेम नाल मन्ने तां जे तू जुल्म करे तो तेरा जुल्म सहन वास्ते भी असीं तैयार हाँ, तेरी जुल्म की अखीर देखना चाहते हैं कि तेरे जुल्म की अखीर किन्नी कु है, तेरी ताकत किन्नी कु है। गुरु नानक के घर की जिहड़ी जोत है, गुरु नानक के घर की जिहड़ी मर्यादा है, उहदे विच किन्नी समर्था है। हुण ये फैसला दिल्ली के चांदनी चौक विच होण दा सारा कारज आरंभिया गया कि गुरु तेग बहादुर साहब जी ने आगरे जा करके अपनी गिरफ्तारी दी। दिल्ली के चांदनी चौक दे विच गुरु साहब जी नूं ये फतवा जारी किया गया कि जां तां साडे धर्म च शामिल हो जाओ, नहीं तो फिर मौत नूं कबूल करो, कुर्बान हो जाओ धर्म तो। ते सतगुरु जी ने ये कहा कि जे सानू साडे नाल प्रेम नाल कोई गलबात करनी है तो ठीक है, जे तू चाहता है साडी कुर्बानी, जे तू चाहता है सानू शहीद करना तो असी तैयार हाँ, असी चल के आए इसे करके हैं कि तेरी जिहड़ी जुल्म की हनेरी है उसनूं असी ठल पा सकीए। सो इस तरह गुरु तेग बहादुर साहब जी महाराज जी ने जो अपने आप को कौम तो कुर्बान किया, अपने आप की शहादत दी, खुद जाके दिल्ली में गिरफ्तारी आगरे में हुई। सो इस तरह कई वड्डियां होर घटनावां इत्थे नाल जुड़दियां हन जिन्हां दा जिक्र करने वास्ते कुछ समा चाहिए है, क्योंकि समा बड़ा कीमती है। सो थोड़े समय में ही आपां गल करांगे जो अज दा दिन सी। अज दे दिन सतगुरु जी ने अपने दो बहुत ही जान तो प्यारे सिखां नूं, भाई मती दास, सती दास ते भाई दयाला जी, ये तीन सिख ये गुरु साहब जी दे नाल गए, होर सिख भी नाल गए। तो इन्हां पहला तो भाई मती दास जी नूं सतगुरु जी ने जो सतगुरु जी नूं पिंजरे विच इन्हां ने कैद किया होया सी दिल्ली दे विच, गिरफ्तार होने तो बाद इन्हां ने सतगुरु जी नूं दिल्ली विच लिआंदा गया। दिल्ली विच एक स्थान चुनिया गया चांदनी चौक, जिथे लोगों की आवाजाही बड़ी सी, जिथे आउण जाण बड़ा सी, लोगों की भीड़ लगी रहिंदी सी। और औरंगजेब चाहुंदा सी कि इस भीड़ वाले इलाके दे विच इहो जिहा कोई करतारा की वर्तारा वरताया जाए जिहदे करके लोगों के विच दहशत पवे, जिहदे करके लोग डर जाण ते इहो जिहा मौत का मंजर वेख के अपने आप ही धर्म साडे इस्लाम धर्म में शामिल कर लैण। इहो जिहा डर, इहो जिहा माहौल बनाउण वास्ते इसने स्थान चुनिया चांदनी चौक का। जो चांदनी चौक विच सतगुरु जी नूं कहा भी ये तुहाडा स्थान है, इत्थे तुसीं चौंकड़ा ला लो। सतगुरु जी का पिंजरा चांदनी चौक में टिकाया गया। इत्थे शहीदी हुई भाई मती दास जी नूं आरे नाल चिलवाया गया। आरे दे विचाले बन के दो फट्टियां दे विचकार भाई मती दास नूं पुछया गया कि तेरी कोई इच्छा है, तू गुरु दे प्यार वाला है, तेरा गुरु नाल प्रेम बड़ा है, ते तेरे गुरु दे सामने ही तैनूं चीरांगे, फिर तेरा गुरु तरस विच आके साडे धर्म च शामिल हो जाएगा। डर दा मारा नहीं, पै काहू को देत न पै मानत्या। सतगुरु जी अपने श्लोकां विच समझा रहे हैं कि ना तो असीं किसी को डराउंदे हाँ पहला, ना ही सानूं कोई डरा सकता, क्योंकि असीं ते अकाल पुरख दे पुजारी हाँ। अकाल पुरख दे भरोसाए हुए समय करके आए, ते समय दे विच रह करके तो कार्य करके धर्म हेत साका जिन किया, शीस दिया पर सिर ना दिया। सतगुरु जी कहते इससे कार्य करके साका करके चले जाना, आने वाली पीढ़ियां याद रखणगियां।
कि साडे लई किसी गुरु साहब जी ने कुर्बानी दी है। सो इस तरह चांदनी चौक विच भाई मती दास जी को आरे नाल बन के चीरिया गया। भाई सती दास जी को रूह विच लपेट के उसनूं अग ला दी गई। ये मंजर वेख के गुरु डोल जाएगा तो सतगुरु जी कहते डोले नहीं, क्यों? क्योंकि उन्होंने कोल गुरु अकाल पुरख की कृपा, उन्होंने उत्ते गुरु नानक साहब जी की मिहर, तो उन्होंने कोल जिहड़ा सबर ते संतोख जिहड़ा सी वो कायम सी। डोलदा नहीं, डोलदा कौन है? जिहड़ा कच्चा हुंदा है। डोलदा कौन है? जिहड़ा अधूरा हुंदा है। पूरा परमात्मा पूरा कदे नहीं डोलदा। जिहड़ा परमात्मा अकाल पुरख है वो अडोल है, तो जिहड़े अकाल पुरख का साथ संगत जी आसरा लेंदे हैं वो भी अडोल हुंदे हैं। डोलन ते राखो प्रभु देकर, नानक देकर हथ, डंडौत बंधन अनक बार, सर्व कला समर्थ। डोलन ते राखो प्रभु नानक देकर हथ। जिन्हां दे उत्ते गुरु नानक दा हथ होवे वो नहीं डोलते। दो सिख सतगुरु जी के सामने आरे नाल चीर दिता गया, कि रूह विच लपेट के अग ला दी गई कि ये मंजर वेख के गुरु डोल जाएगा। उस तो बाद तीसरे सिख भाई दयाला जी को जिहड़ी उबड़दी देग दे विच बिठाउण दा इन्हां ने फतवा जारी किया कि जे तू गुरु का सिख है, जे तू मौत तो नहीं डरदा, तो आ उबड़दी हुई पानी की देग विच बैठ के दिखा जे तैनूं गुरु नाल प्रेम है। इसने सतगुरु जी को नमस्कार की ते बलदी देग विच अपना पैर अपने आप दो जलाद इनू फड़ के विच पाउण लगे। इन्हें कहा नहीं, मेरा गुरु समर्थ है, वो मेरे ते कृपा करने वाला है, वो मैनू बचाउण वाला है। इन्हां दोवां सिखां दी शहीदी तो बाद तीसरे सिख ने अपना पहला पैर अपने आप देग विच रख के ते दूसरे पैर दे नाल पूरे शरीर को देग विच बिठा करके अपने आप की कुर्बानी भेंट की। उस तो बाद गुरु साहब जी की कुर्बानी होई। जलाद ने तिखी तलवार के नाल सतगुरु जी का सीस धड़ तो जुदा किया, जिथे अजकल गुरुद्वारा सीसगंज साहब शोभायमान है। और भाई जैता जी, भाई जीवन सिंह जी, जो बाद विच जीवन सिंह नाम रखा गया, अमृत दा बाटा छक के। सो इस तरह गुरु तेग बहादुर साहब जी का पावन पुत्र श्री सीस ये भाई जैता जी लै करके आनंदपुर साहब पहुँचता है। गुरु साहब जी ने गल ना लाया, घरेटा गुर का बेटा। भाई जैता जी को ये मान प्राप्त है। भाई जीवन सिंह जी जिहड़े सतगुरु जी के 52 कवि हुए सन, गुरु गोबिंद सिंह जी महाराज जी के दरबार के गुणां विचों कवि की उपाधि भी भाई जीवन सिंह को प्राप्त हुई। और गुरु साहब जी का पावन पुत्र सीस भी जिहड़ा दिल्ली तो आनंदपुर साहब पहुँचाया, वो भी सेवा भाई जैता जी के हिस्से आई। इस तरह ठीकर फोर दलीस सिर प्रभ पुर कियो प्यान, तेग बहादुर सी करिया करी ना किनु आन। तेग बहादुर के चलत भयो जगत को शोक, है सब जग भयो जय 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 सुरलो। तिन्ना लोगों के गुरु साहब जी की जय जयकार हुई। ऐसी अद्भुती वडमुल्ली कुर्बानी जिहड़ी सतगुरु जी ने अपना सीस पेड़ करके धरती को बचाउण की खातर, धर्म की रक्षा की खातर, तिलक जंजू राखा प्रभ ताका, किया कलू मैं किया बड़ा कलू मैं साका। कलयुग के विच बहुत बड़ा साका करके दिखा दिता कि धर्म की खातर कोई पैगंबर, कोई गुरु, कोई पीर अजे तक अपने आप को कुर्बान इस तरह नहीं कर सकिया जिस तरह गुरु तेग बहादुर साहब जी महाराज जी ने किया है। सो वडमुल्ली कुर्बानी गुरु साहब जी की है, सारे सिख धर्म वास्ते, हिंदू धर्म वास्ते, क्योंकि उस समय हिंदू धर्म को पहल के आधार पर इन्होंने निशाना बनाया सी। तो इस तरह करके गुरु तेग बहादुर साहब जी महाराज जी ने 8 दसंबर को अपना जिहड़ा पावन पुत्र सीस कौम तो कुर्बान कर दिता, धर्म तो कुर्बान कर दिता। सो बाकी दियां रहिंदियां विचारां आपां कल दी हाज़री विच अमृत वेले दे दीवानां विच करांगे। सो गुरु साहब जी के इतिहास की विचार करदे तो बहुत प्रकार दीयां कमियां गलतियां रह जांदियां हन।
ਗੁਰੂ ਅਤੇ ਸੰਗਤ ਬਖਸ਼ਣਯੋਗ ਹੈ। ਦਿਓ ਇਸ ਤਰ੍ਹਾਂ ਅਸੀਸ ਬਖਸ਼ੋ ਕਿ ਇਸੇ ਤਰ੍ਹਾਂ ਹੀ ਗੁਰੂ ਚਰਨਾਂ ਦੀ ਸੇਵਾ ਕਰਨ ਨੂੰ ਸਤਿਗੁਰੂ ਜੀ ਬਣਾ ਲੈਣ। ਵਿਚਾਰ ਕਰਦਿਆਂ ਤੋਂ ਗੁਰੂ ਇਤਿਹਾਸ ਦੀ ਜਾਣਕਾਰੀ ਦਿੰਦਿਆਂ ਤੋਂ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਖਿਮਾ ਸੋ ਸਿੱਖ ਸੰਗਤ ਸੋ ਗੁਰੂ ਸਾਹਿਬ ਜੀ ਬਖਸ਼ਣਯੋਗ ਹਨ। ਦਿਓ ਅਸੀਸ, ਬੁਲਾਓ ਫਤਿਹ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।